ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਕਿਛ ਰੂਪ ਨਹੀਂ ਕਿਛ ਜਾਤ ਨਾਹੀਂ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲਾਂ ਗੁਣ ਬਿਹੂਣ, ਨਾਮ ਜਪਿਆ ਨਾ ਤੇਰਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਪਤਿਤ ਉਦਾਹਰਨ ਸਤਿਗੁਰ ਮੇਰਾ, ਮੋਹੇ ਤਿਸ ਕਾ ਪਰਵਾਸਾ। ਬਖਸ਼ ਲਏ ਸਭ ਸੱਚੇ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ। ਗੁਰੂ ਗੋਬਿੰਦ ਸਿੰਘ ਸੇਵਕ ਜੱਥਾ ਮੁੰਬਈ, ਤਿੰਨਾਂ ਵੱਲੋਂ ਬਹੁਤ ਹੀ ਸੋਹਣਾ ਅਤੇ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਕੁਇਜ਼ ਮੁਕਾਬਲਾ ਰੱਖਿਆ ਗਿਆ ਹੈ, ਜਿਸ ਦੀ ਆਰੰਭਤਾ ਅੱਜ ਹੋਈ ਹੈ।
ਸਾਧ ਸੰਗਤ ਇਹ ਕਵਿਜ ਮੁਕਾਬਲਾ ਲਗਭਗ 11 ਹਫ਼ਤੇ ਚੱਲਣਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪੂਰੇ ਹੀ ਜੀਵਨ ਵਿੱਚੋਂ 11 ਵਿਸ਼ਿਆਂ ਦੇ ਉੱਤੇ ਗੁਰਮਤ ਵਿਚਾਰ ਜਿਹੜੀ ਹੈ ਉਹ ਕੀਤੀ ਜਾਣੀ ਹੈ। ਅੱਜ ਦਾ ਜੋ ਵਿਸ਼ਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਚਪਨ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਅਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਤੇਗ ਬਹਾਦਰ ਕਿੱਦਾਂ ਪਿਆ। ਇਸ ਵਿਸ਼ੇ ਦੇ ਉੱਤੇ ਦਾਸ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ। ਆਓ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਇੱਕੋ ਵਾਰੀ ਕਹਿਣ ਤੇ ਗੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਆਪਾਂ ਬਹੁਤ ਪਿਆਰ ਅਤੇ ਭਾਵਨਾ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਸਰਵਣ ਕਰਨਾ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਉਸਤਤ ਕਰਦਿਆਂ ਹੋਇਆਂ, ਜਿਨ੍ਹਾਂ ਦੀ ਵਡਿਆਈ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਬਖਸ਼ਿਸ਼ ਕਰਦੇ ਨੇ। ਭਾਈ ਸਾਹਿਬ ਕਹਿੰਦੇ ਨੇ ਗੁਰੂ ਤੇਗ ਬਹਾਦਰ ਆ ਸਰਾਂ ਪਾ ਅਫਜ਼ਾਲ, ਜੀਨਤ ਅਰਾਏ ਮਹਿਫਿਲ ਜਾਹੋ ਜਾਲਾਲ, ਅਨਵਾਰ ਹਕ ਅਜ ਵਜੂਦ ਪਾਕਸ਼ ਰੋਸ਼ਨ, ਹਰ ਦੋ ਆਲਮ ਜੇ ਫੈਜ ਫਜਲਸ਼ ਰੋਸ਼ਨ। ਜਿੱਥੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੇ ਕੀਤੀ, ਉੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਸਤਤ ਕਰਦਿਆਂ ਹੋਇਆਂ ਬੜੇ ਪਿਆਰੇ ਬਚਨ ਕਹੇ। ਉਹ ਬਚਨ ਜਿਹੜੇ ਅਸੀਂ ਸਵੇਰੇ ਵੀ ਅਰਦਾਸ ਦੇ ਵਿੱਚ ਸਰਵਣ ਕਰਦੇ ਹਾਂ ਤੇ ਸ਼ਾਮਾਂ ਨੂੰ ਵੀ ਅਰਦਾਸ ਦੇ ਵਿੱਚ ਸਰਵਣ ਕਰਦੇ ਹਾਂ। ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ, ਆਵੈ ਧਾਏ ਸਭ ਥਾਈ ਹੋਏ ਸਹਾਏ। ਭਾਵ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰੇਗਾ, ਮਹਾਰਾਜ ਨੂੰ ਚੇਤੇ ਕਰੇਗਾ, 9 ਨਿਧੀਆਂ ਤੇ 18 ਸਿੱਧੀਆਂ ਉਹਦੇ ਘਰ ਦੇ ਵਿੱਚ ਆ ਜਾਣਗੀਆਂ। ਇੱਥੇ ਹੀ ਬਸ ਨਹੀਂ, ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਪਿਆਰ ਦੇ ਨਾਲ ਚੌਂਕੜਾ ਮਾਰ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਕਰੇਗਾ, ਸਾਧ ਸੰਗਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਦਾ ਉਹਦੇ ਅੰਗ ਸੰਗ ਰਹਿਣਗੇ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਨੇ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ, ਆਵੈ ਧਾਏ ਸਭ ਥਾਈ ਹੋਏ ਸਹਾਏ। ਐਸੇ ਮਹਾਨ ਸਤਿਗੁਰੂ ਦਾ ਪ੍ਰਕਾਸ਼ 1 ਅਪ੍ਰੈਲ 1621 ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਧੰਨ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ
ਤੇ ਧੰਨ ਨੇ ਮਾਤਾ ਨਾਨਕੀ ਜੀ, ਜਿਨ੍ਹਾਂ ਦੀ ਕੁੱਖ ਤੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਭਾਗਾਂ ਵਾਲਿਓ, ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਹਾਂ, ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਬਚਨ ਆਉਂਦੇ ਨੇ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਸਾਧ ਸੰਗਤ, ਇੱਥੇ ਮੈਂ ਬੇਨਤੀ ਕਰਾਂ, ਦਸਾਂ ਗੁਰੂਆਂ ਦੇ ਵਿੱਚੋਂ ਕੇਵਲ ਤੇ ਕੇਵਲ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਐਸੇ ਸਤਿਗੁਰੂ ਨੇ ਜਿਨ੍ਹਾਂ ਦਾ ਪ੍ਰਕਾਸ਼ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ। ਵੇਖੋ ਜੀ, ਜੇ ਆਪਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੱਲ ਕਰੀਏ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ, ਜਿਹਨੂੰ ਅੱਜ ਆਪਾਂ ਨਨਕਾਣਾ ਸਾਹਿਬ ਕਹਿੰਦੇ ਆ, ਜੇ ਆਪਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੱਲ ਕਰੀਏ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਸਰਾਏ ਨਾਂਗਾ, ਜਿਹਨੂੰ ਮੱਤੇ ਦੀ ਸਰਾਂ ਆਖਿਆ ਜਾਂਦਾ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੱਲ ਕਰੀਏ ਤੇ ਸਾਧ ਸੰਗਤ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪਿੰਡ ਬਾਸਰ ਕੇ ਗਿੱਲਾਂ ਵਿਖੇ ਹੋਇਆ। ਜੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੱਲ ਕਰੀਏ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਲਾਹੌਰ ਦੀ ਧਰਤੀ ਚੂਨਾ ਮੰਡੀ ਵਿਖੇ ਹੋਇਆ। ਜੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੱਲ ਕਰੀਏ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਇਆ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਵਿਖੇ ਹੋਇਆ। ਗੁਰੂ ਹਰ ਰਾਏ ਤੇ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਪ੍ਰਕਾਸ਼ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ। ਸਾਧ ਸੰਗਤ, ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਹਾਂ, ਮਹਾਰਾਜ ਦੀ ਬਾਣੀ 'ਚ ਬਚਨ ਆਉਂਦੇ ਨੇ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਸਾਧ ਸੰਗਤ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇ ਮਾਤਾ ਨਾਨਕੀ ਜੀ ਦੇ ਸਭ ਤੋਂ ਛੋਟੇ ਸਪੁੱਤਰ ਨੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 4 ਭਰਾ ਨੇ ਤੇ ਇੱਕ ਸਤਿਗੁਰੂ ਪਾਤਸ਼ਾਹ ਜੀ ਦੀ ਭੈਣ ਹੈ। ਧਿਆਨ ਦੇਣਾ ਸਾਧ ਸੰਗਤ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਭ ਤੋਂ ਵੱਡੇ ਸਪੁੱਤਰ ਨੇ ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਤੇ ਉਹਨਾਂ ਤੋਂ ਛੋਟੀ ਹੈ ਬੀਬੀ ਵੀਰੋ, ਤੇ ਸਭ ਤੋਂ ਛੋਟੇ ਨੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ। ਹੁਣ ਸਾਧ ਸੰਗਤ ਧਿਆਨ ਦੇਣਾ, ਜਦੋਂ ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਕਹਿੰਦੇ ਨੇ ਕੁਝ ਸਿੰਘ ਸ਼੍ਰੀ ਦਰਬਾਰ ਸਾਹਿਬ ਗਏ, ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਅੰਮ੍ਰਿਤ ਵੇਲੇ, ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਨੇ। ਹੁਣ ਸਾਧ ਸੰਗਤ ਧਿਆਨ ਦੇਣਾ, ਜਦੋਂ ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਤੇ ਸਤਿਕਾਰਯੋਗ ਬਾਬਾ ਬਿਧੀ ਚੰਦ ਜੀ ਕੁਝ ਸਿੰਘ ਨਾਲ ਨੇ ਸ਼੍ਰੀ ਦਰਬਾਰ ਸਾਹਿਬ ਆਏ। ਆ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਦੱਸਿਆ ਕਿ ਉਸ ਅਕਾਲ ਪੁਰਖ ਪਰਮਾਤਮਾ ਨੇ ਤੁਹਾਡੀ ਝੋਲੀ ਦੇ ਵਿੱਚ ਪੁੱਤਰ ਦੀ ਦਾਤ ਪਾਈ ਏ। ਸਾਧ ਸੰਗਤ, ਆਸਾ ਕੀ ਵਾਰ ਦਾ ਕੀਰਤਨ ਖਤਮ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਸ਼ੁਕਰਾਨਾ ਕੀਤਾ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਹੁਤ ਜ਼ਿਆਦਾ ਖੁਸ਼ ਨੇ। ਸਤਿਗੁਰੂ ਪਾਤਸ਼ਾਹ ਉਹਨਾਂ ਸਿੰਘਾਂ ਦੇ ਨਾਲ ਗੁਰੂ ਕੇ ਮਹਿਲ ਵਿਖੇ ਗਏ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਦੋਵੇਂ ਹੱਥ ਜੋੜ ਕੇ ਬਾਲਕ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਿਜਦਾ ਕੀਤਾ। ਇਹ ਸਾਰਾ ਕੁਝ ਸਤਿਕਾਰਯੋਗ ਭਾਈ ਬਿਧੀ ਚੰਦ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ। ਭਾਈ ਬਿਧੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਹਿੰਦੇ, ਮਹਾਰਾਜ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦੋਵੇਂ ਹੱਥ ਜੋੜ ਕੇ ਸਿਜਦਾ ਕਿਉਂ ਕੀਤਾ? ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਤਿਕਾਰਯੋਗ ਭਾਈ ਬਿਧੀ ਚੰਦ ਨੂੰ ਜਵਾਬ ਦਿੱਤਾ, ਭਾਈ ਬਿਧੀ ਚੰਦ ਜੀ, ਇਹ ਕੋਈ ਆਮ ਬਾਲਕ ਨਹੀਂ, ਇਹ ਜਿਹੜਾ ਪੁੱਤਰ ਪ੍ਰਮਾਤਮਾ ਨੇ ਮੇਰੀ ਝੋਲੀ ਦੇ ਵਿੱਚ ਪਾਇਆ ਏ, ਇਸ ਮੇਰੇ ਲਾਲ ਨੇ ਇਸ ਸੰਸਾਰ ਦੇ ਵਿੱਚ ਰਹਿ ਕੇ ਇੰਨੇ ਕੁ ਪਰ ਉਪਕਾਰ ਕਰਨੇ ਨੇ, ਰਹਿੰਦੀ ਦੁਨੀਆ ਤੱਕ ਲੋਕ ਮੇਰੇ ਪੁੱਤਰ ਦੇ ਕੀਤੇ ਹੋਏ ਪਰ ਉਪਕਾਰਾਂ ਦੇ ਅੱਗੇ ਸਿਜਦਾ ਕਰਨਗੇ। ਸਾਧ ਸੰਗਤ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਅਸੀਸ ਦਿੱਤੀ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬੜਾ ਪਿਆਰ ਕਰਦੇ ਨੇ। ਕੱਲਾ ਗੁਰੂ ਹਰਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਜੀ ਨਹੀਂ ਪਿਆਰ ਕਰਦੇ, ਬਲਕਿ ਸਾਧ ਸੰਗਤ ਪੂਰਾ ਅੰਮ੍ਰਿਤਸਰ ਸ਼ਹਿਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬੜਾ ਪਿਆਰ ਕਰਦਾ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਦੇ ਕਹਿਣ ਅਨੁਸਾਰ ਬਹੁਤ ਸੋਹਣੇ ਸੀ, ਬਹੁਤ ਪਿਆਰੇ ਸੀ, ਬਹੁਤ ਖੂਬਸੂਰਤ ਸੀ। ਸਤਿਗੁਰੂ ਪਾਤਸ਼ਾਹ ਜੀ ਦੀ ਬਚਪਨ ਦੇ ਵਿੱਚ ਪਰਸਨੈਲਿਟੀ ਬੜੀ ਸੋਹਣੀ ਸੀ। ਸਾਧ ਸੰਗਤ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਪੁੱਤਰ ਦਾ ਨਾਮ ਤਿਆਗ ਮੱਲ ਰੱਖਿਆ। ਭਾਵੇਂ ਮੈਂ ਤੇਗ ਬਹਾਦਰ ਸ਼ਬਦ ਵਰਤ ਰਿਹਾ, ਪਰ ਤੇਗ ਬਹਾਦਰ ਨਾਮ ਚੌਥੀ ਜੰਗ ਵੇਲੇ ਪਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਨਾਮ ਰੱਖਿਆ ਤਿਆਗ ਮੱਲ। ਹੁਣ ਸਾਧ ਸੰਗਤ, ਕੁਝ ਸਮਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਤੀਤ ਕੀਤਾ। ਵਿਦਵਾਨ ਜਨ ਕਹਿੰਦੇ ਨੇ 8-9 ਸਾਲ ਦਾ ਸਮਾਂ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਸ਼੍ਰੀ ਅੰਮ੍ਰਿਤਸਰ ਸਾਹਿਬ ਰਹੇ। ਸਾਧ ਸੰਗਤ, ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਦੀ ਇੱਕ ਘਟਨਾ ਆਉਂਦੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵੱਡੇ ਭਰਾਤਾ ਨੇ ਬਾਬਾ ਗੁਰਦਿੱਤਾ ਜੀ। ਘਰ ਦੇ ਵਿੱਚ ਬਾਬਾ ਗੁਰਦਿੱਤਾ ਜੀ ਦਾ ਵਿਆਹ ਰੱਖਿਆ ਹੋਇਆ ਹੈ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦੀ ਸ਼ਕਲ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨਾਲ ਮਿਲਦੀ ਜੁਲਦੀ ਹੈ। ਔਰ ਦੂਸਰੀ ਗੱਲ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਵੀ ਬਟਾਲੇ ਦੀ ਧਰਤੀ ਤੇ ਵਿਆਹੇ ਨੇ ਤੇ ਸਾਧ ਸੰਗਤ ਸਤਿਕਾਰਯੋਗ ਬਾਬਾ ਗੁਰਦਿੱਤਾ ਜੀ ਦਾ ਵਿਆਹ ਵੀ ਬਟਾਲੇ ਦੀ ਧਰਤੀ ਤੇ ਹੋਇਆ। ਉਹਨਾਂ ਦੀ ਬਰਾਤ ਵੀ ਬਟਾਲੇ ਦੀ ਧਰਤੀ ਤੇ ਗਈ। ਹੁਣ ਸਾਧ ਸੰਗਤ ਧਿਆਨ ਦੇਣਾ, ਬਾਬਾ ਗੁਰਦਿੱਤਾ ਜੀ ਦਾ ਵਿਆਹ ਹੈ, ਕੁਝ ਸਮੇਂ ਤੱਕ ਬਰਾਤ ਚੜ੍ਹਨ ਵਾਲੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਮਾਤਾ ਨਾਨਕੀ ਜੀ ਨੇ ਬਾਲ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬਹੁਤ ਸੋਹਣੀ ਪੁਸ਼ਾਕ ਲਿਆ ਕੇ ਦਿੱਤੀ। ਆਪ ਮਾਤਾ ਨਾਨਕੀ ਜੀ ਨੇ ਉਹ ਪੁਸ਼ਾਕ ਜਿਹੜੀ ਬਾਲ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਹਿਨਾਈ। ਕਹਿੰਦੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹ ਪੁਸ਼ਾਕ ਪਾਈ, ਅਜੇ ਸਤਿਗੁਰੂ ਪਾਤਸ਼ਾਹ ਛੋਟੇ ਨੇ, ਮਸਾਂ 4-5 ਸਾਲ ਦੀ ਉਮਰ ਹੈ, ਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉਹ ਪੁਸ਼ਾਕ ਬਹੁਤ ਪਿਆਰੀ ਲੱਗੀ, ਬਹੁਤ ਸੋਹਣੀ ਲੱਗੀ। ਸਤਿਗੁਰੂ ਪਾਤਸ਼ਾਹ ਉਸ ਪੁਸ਼ਾਕ ਦੇ ਵਿੱਚ ਬਹੁਤ ਪਿਆਰੇ ਲੱਗਦੇ ਨੇ, ਬਹੁਤ ਸੋਹਣੇ ਲੱਗਦੇ ਨੇ। ਹੁਣ ਸਾਧ ਸੰਗਤ, ਹੋਇਆ ਕਿ ਬਰਾਤ ਚੜ੍ਹਨ ਨੂੰ ਅਜੇ ਟਾਈਮ ਹੈ ਤੇ ਬਾਲ ਗੁਰੂ ਤੇਗ ਬਹਾਦਰ ਮਹਾਰਾਜ ਖੇਡਣ ਵਾਸਤੇ ਆਪਣੇ ਘਰ ਤੋਂ ਬਾਹਰ ਚਲੇ ਗਏ। ਜਦੋਂ ਸਤਿਗੁਰੂ ਪਾਤਸ਼ਾਹ ਕੁਝ ਸਮਾਂ ਖੇਡ ਕੇ ਆਪਣੇ ਘਰ ਵਾਪਸ ਆਏ ਤੇ ਮਾਤਾ ਨਾਨਕੀ ਜੀ ਨੇ ਕੀ ਦੇਖਿਆ, ਜਿਹੜੀ ਪੁਸ਼ਾਕ ਪੁੱਤਰ ਨੂੰ ਪਾਈ ਹੋਈ ਸੀ ਉਹ ਪੁਸ਼ਾਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਤਨ ਦੇ ਉੱਤੇ ਨਹੀਂ। ਕੋਲ ਆਵਾਜ਼ ਮਾਰੀ, ਬੇਟਾ ਤੇਗ ਬਹਾਦਰ, ਪੁੱਤਰ ਜੀ, ਲਾਲ ਜੀ ਮੇਰੇ ਕੋਲ ਆਓ। ਗੁਰੂ ਤੇਗ ਬਹਾਦਰ ਮਾਤਾ ਨਾਨਕੀ ਜੀ ਦੇ ਕੋਲ ਆਏ। ਪੁੱਤਰ ਜੀ, ਤੁਹਾਨੂੰ ਪਤਾ ਹੈ ਨਾ ਤੁਹਾਡੇ ਭਰਾ ਦਾ ਵਿਆਹ ਹੈ ਅੱਜ? ਹਾਂਜੀ ਮਾਤਾ ਜੀ ਪਤਾ ਹੈ। ਪੁੱਤਰ ਜੀ, ਲਾਲ ਜੀ ਤੁਹਾਨੂੰ ਪਤਾ ਹੈ ਨਾ ਕੁਝ ਸਮੇਂ ਤੱਕ ਬਰਾਤ ਚੜ੍ਹਨ ਵਾਲੀ ਹੈ? ਮਾਤਾ ਜੀ ਪਤਾ ਹੈ। ਫਿਰ ਪੁੱਤਰ ਜੀ ਤੁਹਾਡੀ ਪੁਸ਼ਾਕ ਕਿੱਥੇ ਹੈ? ਤੁਹਾਡੀ ਪੁਸ਼ਾਕ ਕਿੱਥੇ ਹੈ? ਸੱਚ ਜਾਣਿਓ,
ਗੁਰੂ ਤੇਗ ਬਹਾਦਰ ਮਹਾਰਾਜ ਨੇ ਜਵਾਬ ਦਿੱਤਾ। ਮਹਾਰਾਜ ਕਹਿੰਦੇ, ਮਾਤਾ ਜੀ, ਮੈਂ ਜਦੋਂ ਘਰੋਂ ਬਾਹਰ ਖੇਡਣ ਵਾਸਤੇ ਗਿਆ, ਮੈਂ ਦੇਖਿਆ ਇੱਕ ਮੇਰੇ ਹਾਣ ਦਾ ਲੜਕਾ ਜਿਹਦੇ ਤਨ ਦੇ ਉੱਤੇ ਕੱਪੜੇ ਨਹੀਂ ਸੀ, ਠੰਡ ਦੇ ਨਾਲ ਠਰ ਰਿਹਾ ਸੀ, ਕੰਬ ਰਿਹਾ ਸੀ, ਉਹਦੀ ਹਾਲਤ ਬਹੁਤ ਜ਼ਿਆਦਾ ਬੁਰੀ ਸੀ। ਮੈਂ ਆਪਣੇ ਤਨ ਦੀ ਪੋਸ਼ਾਕ ਲਾ ਕੇ ਉਸ ਆਪਣੇ ਹਾਣੀ ਨੂੰ ਦੇ ਆਇਆ, ਉਸ ਬੱਚੇ ਨੂੰ ਦੇ ਆਇਆ। ਹੁਣ ਸਾਧ ਸੰਗਤ ਧਿਆਨ ਦੇਣਾ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਮੇਰੇ ਕੋਲੋਂ ਉਹਦਾ ਦੁੱਖ ਨਹੀਂ ਵੇਖਿਆ ਗਿਆ, ਮੇਰੇ ਕੋਲੋਂ ਉਹਦਾ ਕਸ਼ਟ ਨਹੀਂ ਵੇਖਿਆ ਗਿਆ, ਇਸ ਕਰਕੇ ਮਾਤਾ ਜੀ ਮੈਂ ਆਪਣੇ ਤਨ ਦੀ ਪੋਸ਼ਾਕ ਲਾ ਕੇ ਦੇ ਕੇ ਆਇਆ। ਜਦੋਂ ਇਹ ਸਾਰੀ ਗੱਲ ਮਾਤਾ ਨਾਨਕੀ ਨੂੰ ਦੱਸੀ, ਇਤਿਹਾਸ ਕਹਿੰਦਾ ਮਾਤਾ ਨਾਨਕੀ ਨੇ ਬੜਾ ਪਿਆਰ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ, ਵਾਰ-ਵਾਰ ਮੱਥਾ ਚੁੰਮਿਆ ਆਪਣੇ ਪੁੱਤਰ ਦਾ। ਤੇ ਉੱਥੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆ ਗਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਤਾ ਨਾਨਕੀ ਜੀ ਨੂੰ ਕਹਿੰਦੇ ਨੇ, ਕੀ ਗੱਲ ਅੱਜ ਲਾਲ ਤੇ ਪੁੱਤਰ ਤੇ ਬੜਾ ਪਿਆਰ ਆ ਰਿਹਾ? ਸਾਰੀ ਗੱਲ ਮਾਤਾ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੱਸੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਸਮੇਂ ਇਹ ਬਚਨ ਕਹੇ ਸੀ, ਅੱਜ ਛੋਟਾ ਜਿਹਾ ਬੱਚਾ ਠੰਡ ਦੇ ਵਿੱਚ ਠਰ ਰਿਹਾ ਸੀ, ਮੇਰੇ ਪੁੱਤਰ ਕੋਲੋਂ ਉਹਦਾ ਦੁੱਖ ਨਹੀਂ ਵੇਖਿਆ ਗਿਆ, ਮੇਰੇ ਪੁੱਤ ਨੇ ਆਪਣੇ ਤਨ ਦੀ ਪੋਸ਼ਾਕ ਲਾ ਕੇ ਦੇ ਦਿੱਤੀ। ਇੱਕ ਸਮਾਂ ਆਵੇਗਾ ਜਦੋਂ ਹਿੰਦੁਸਤਾਨ ਦੀ ਪੱਤ ਬਾਜ਼ਾਰਾਂ ਦੇ ਵਿੱਚ ਰੁਲਦੀ ਹੋਵੇਗੀ, ਮੇਰਾ ਪੁੱਤਰ ਉਸ ਰੁਲਦੀ ਹੋਈ ਪੱਤ ਨੂੰ ਬਚਾਉਣ ਵਾਸਤੇ ਦਿੱਲੀ ਜਾ ਕੇ ਆਪਣੇ ਸੀਸ ਦਾ ਬਲੀਦਾਨ ਦੇਵੇਗਾ। ਭਾਗਾਂ ਵਾਲਿਓ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਆਪਾਂ ਸਾਰੇ ਹੀ ਜਾਣਦੇ ਹਾਂ, ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਗਏ ਤੇ ਸਤਿਗੁਰੂ ਪਾਤਸ਼ਾਹ ਨੇ ਆਪਣੇ ਸੀਸ ਦੀ ਕੁਰਬਾਨੀ ਦਿੱਤੀ। ਹੁਣ ਸਾਧ ਸੰਗਤ ਧਿਆਨ ਦੇਣਾ, ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੂੰ ਸ਼ਾਸਤਰ ਵਿਦਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੱਤੀ ਤੇ ਸ਼ਸਤਰ ਵਿਦਿਆ ਸਤਿਕਾਰਯੋਗ ਭਾਈ ਜੈਤਾ ਜੀ ਨੇ ਦਿੱਤੀ, ਬਚਪਨ ਦੇ ਵਿੱਚ ਹੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸ਼ਾਸਤਰ ਵਿਦਿਆ ਦੇ ਵਿੱਚ ਵੀ ਨਿਪੁੰਨ ਹੋ ਗਏ ਤੇ ਸ਼ਸਤਰ ਵਿਦਿਆ ਦੇ ਵਿੱਚ ਵੀ ਨਿਪੁੰਨ ਹੋ ਗਏ। ਬਚਪਨ ਵਿੱਚ ਹੀ ਸਤਿਗੁਰੂ ਪਾਤਸ਼ਾਹ ਜੀ ਨੂੰ ਗੁਰਬਾਣੀ ਦਾ ਗਿਆਨ ਹੋ ਗਿਆ, ਹਰ ਭਾਸ਼ਾ ਦਾ ਗਿਆਨ ਹੋ ਗਿਆ ਤੇ ਜਿੱਥੇ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ, ਉੱਥੇ ਹੀ ਭਾਗਾਂ ਵਾਲਿਓ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਬਚਪਨ ਦੇ ਵਿੱਚ ਹੀ ਘੋੜ ਸਵਾਰੀ ਅਤੇ ਤਲਵਾਰਬਾਜ਼ੀ ਦੇ ਵਿੱਚ ਨਿਪੁੰਨ ਹੋ ਗਏ। ਹੁਣ ਸਾਧ ਸੰਗਤ ਧਿਆਨ ਦੇਣਾ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਮੰਗਣੀ ਕਰਤਾਰਪੁਰ ਦੇ ਰਹਿਣ ਵਾਲੇ ਲਾਲ ਚੰਦ ਅਤੇ ਉਹਨਾਂ ਦੀ ਪਤਨੀ ਬੀਬੀ ਬਿਸ਼ਨ ਕੌਰ ਦੀ ਧੀ ਮਾਤਾ ਗੁਜਰ ਕੌਰ ਜੀ ਦੇ ਨਾਲ ਹੋਈ। ਧਿਆਨ ਦੇਣਾ ਸਾਧ ਸੰਗਤ, 1634 ਦੇ ਵਿੱਚ 1634 ਦੇ ਵਿੱਚ 1634 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਵਿਆਹੁਣ ਵਾਸਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗਏ। ਇੱਕ ਕਰਤਾਰਪੁਰ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਤੇ ਇੱਕ ਕਰਤਾਰਪੁਰ ਜਿਹੜਾ ਜਲੰਧਰ ਦੇ ਨੇੜੇ ਹੈ। ਇਹ ਜਲੰਧਰ ਦੇ ਨੇੜੇ ਜਿਹੜਾ ਕਰਤਾਰਪੁਰ ਹੈ, ਮੈਂ ਉਹਦੀ ਗੱਲ ਕਰ ਰਿਹਾ। 1634 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਿਆਹੁਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਾਧ ਸੰਗਤ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗਏ। ਇਸੇ ਕਰਤਾਰਪੁਰ ਦੇ ਰਹਿਣ ਵਾਲੇ ਲਾਲ ਚੰਦ, ਉਹਨਾਂ ਦੀ ਜੋ ਪਤਨੀ ਬੀਬੀ ਬਿਸ਼ਨ ਕੌਰ ਤੇ ਇਹਨਾਂ ਦੀ ਇੱਕੋ ਇੱਕ ਧੀ ਹੈ ਮਾਤਾ ਗੁਜਰ ਕੌਰ। ਹੁਣ ਸਾਧ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਤੇ ਮਾਤਾ ਗੁਜਰ ਕੌਰ ਜੀ ਦਾ ਵਿਆਹ ਹੋਇਆ। ਜਦੋਂ ਵਿਆਹ ਹੋ ਗਿਆ, ਆਨੰਦ ਕਾਰਜ ਹੋ ਗਏ, ਜਦੋਂ ਬਰਾਤ ਜਿਹੜੀ ਏ ਉਹ ਵਾਪਸ ਆਉਣ ਲੱਗੀ ਤੇ ਜਿਹੜੇ ਲਾਲ ਚੰਦ ਨੇ, ਮਾਤਾ ਗੁਜਰੀ ਦੇ ਪਿਤਾ ਜੀ ਜਿਹੜੇ ਨੇ, ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਹੱਥ ਜੋੜੇ ਤੇ ਉਹਨਾਂ ਨੂੰ ਦੋ ਗੱਲਾਂ ਆਖੀਆਂ। ਪਹਿਲੀ ਗੱਲ ਉਹਨਾਂ ਨੂੰ ਕਹੀ, ਮਹਾਰਾਜ ਤੁਸੀਂ ਦੀਨ ਦੁਨੀਆ ਦੇ ਮਾਲਕ ਹੋ, ਤੁਸੀਂ ਦੀਨ ਦੁਨੀਆ ਦੇ ਪਾਤਸ਼ਾਹ ਹੋ, ਮੈਂ ਬਹੁਤ ਭਾਗਾਂ ਵਾਲਾ ਹਾਂ
ਜੋ ਮੇਰੀ ਧੀ ਦਾ ਰਿਸ਼ਤਾ ਤੁਹਾਡੇ ਘਰ ਚੱਲਿਆ ਹੈ, ਸਾਡਾ ਰਿਸ਼ਤਾ ਤੁਹਾਡੇ ਨਾਲ ਜੁੜਿਆ ਹੈ। ਪਹਿਲੀ ਗੱਲ ਉਹਨਾਂ ਨੇ ਕਹੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਸੀਂ ਦੀਨ ਦੁਨੀਆ ਦੇ ਮਾਲਕ ਹੋ, ਦੀਨ ਦੁਨੀਆ ਦੇ ਪਾਤਸ਼ਾਹ ਹੋ। ਸਤਿਗੁਰੂ ਪਾਤਸ਼ਾਹ ਜੀ, ਮੈਂ ਬਹੁਤ ਜ਼ਿਆਦਾ ਗਰੀਬ ਆ ਮਹਾਰਾਜ, ਮੈਂ ਤੁਹਾਡੀ ਚੰਗੀ ਤਰ੍ਹਾਂ ਸੇਵਾ ਨਹੀਂ ਕਰ ਸਕਿਆ, ਮੈਂ ਤੁਹਾਡੀ ਚੰਗੀ ਤਰ੍ਹਾਂ ਸੇਵਾ ਨਹੀਂ ਕਰ ਸਕਿਆ। ਤੇ ਸਾਧ ਸੰਗਤ, ਦੂਸਰੀ ਗੱਲ ਲਾਲ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਕਹੀ। ਇੱਕ ਤੇ ਮਹਾਰਾਜ ਨੂੰ ਕਿਹਾ ਕਿ ਮੈਂ ਤੁਹਾਡੀ ਚੰਗੀ ਤਰ੍ਹਾਂ ਸੇਵਾ ਨਹੀਂ ਕਰ ਸਕਿਆ, ਤੇ ਦੂਸਰਾ ਮਹਾਰਾਜ ਨੂੰ ਕਿਹਾ ਮੈਂ ਤੁਹਾਨੂੰ ਦੇ ਕੁਝ ਨਹੀਂ ਸਕਿਆ। ਇਸ਼ਾਰਾ ਸਾਧ ਸੰਗਤ ਦਾਜ ਵਾਲੇ ਪਾਸੇ ਸੀ। ਜਦੋਂ ਆਹ ਗੱਲ ਕਹੀ ਨਾ ਲਾਲ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿ ਮੈਂ ਤੁਹਾਨੂੰ ਦੇ ਕੁਝ ਨਹੀਂ ਸਕਿਆ, ਇਸ਼ਾਰਾ ਦਾਜ ਵਾਲੇ ਪਾਸੇ ਸੀ। ਹੁਣ ਸਾਧ ਸੰਗਤ ਧਿਆਨ ਦੇਣਾ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪਤਾ ਕੀ ਕਿਹਾ? ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲਾਲ ਚੰਦ ਜੀ ਨੂੰ ਕਹਿੰਦੇ ਨੇ, ਲਾਲ ਚੰਦ ਜੀ ਇਦਾਂ ਕਿਉਂ ਕਹਿੰਦੇ ਹੋ? ਲਾਲ ਚੰਦ ਜੀ, ਜਿਹੜੀ ਧੀ ਹੁੰਦੀ ਹੈ ਨਾ, ਧੀ ਬਾਬਲ ਦੇ ਦਿਲ ਦਾ ਟੁਕੜਾ ਹੁੰਦੀ ਏ, ਧੀ ਬਾਬਲ ਦੇ ਦਿਲ ਦਾ ਕਲੇਜਾ ਹੁੰਦੀ ਏ। ਹੁਣ ਸਾਧ ਸੰਗਤ ਧਿਆਨ ਦੇਣਾ, ਵੇਖੋ ਜੇ ਆਪਾਂ ਸੰਸਾਰ ਦੀ ਗੱਲ ਕਰੀਏ ਤੇ ਸੰਸਾਰ ਦੇ ਵਿੱਚ ਰਿਸ਼ਤੇ ਬਣੇ ਨੇ। ਸਾਧ ਸੰਗਤ, ਜਦੋਂ ਗੱਲ ਪੁੱਤਰ ਦੀ ਚੱਲਦੀ ਹੈ, ਗੱਲ ਮਾਂ ਦੀ ਚੱਲੇਗੀ। ਜਦੋਂ ਗੱਲ ਪੁੱਤਰ ਦੀ ਚੱਲਦੀ ਏ, ਗੱਲ ਮਾਂ ਦੀ ਚੱਲੇਗੀ। ਪਰ ਸੱਚ ਜਾਣਿਓ, ਜਦੋਂ ਗੱਲ ਧੀ ਦੀ ਚੱਲਦੀ ਹੈ, ਉਦੋਂ ਗੱਲ ਬਾਬਲ ਦੀ ਚੱਲੇਗੀ, ਉਦੋਂ ਗੱਲ ਬਾਪ ਦੀ ਚੱਲੇਗੀ। ਇਹ ਮੈਂ ਨਹੀਂ ਕਹਿੰਦਾ। ਸਾਧ ਸੰਗਤ, ਤੁਸੀਂ ਪਾਵਨ ਬਾਣੀ ਪੜੋ। ਪਾਵਨ ਬਾਣੀ ਦੇ ਵਿੱਚ ਵੀ ਮਹਾਰਾਜ ਨੇ ਕਿਹਾ, ਬਾਲ ਕੰਨਿਆ ਕੋ ਬਾਪ ਪਿਆਰਾ। ਜਿਹੜੀ ਧੀ ਹੈ ਨਾ, ਧੀ ਦਾ ਬਾਪ ਨਾਲ ਬੜਾ ਪਿਆਰ ਹੁੰਦਾ ਹੈ, ਧੀ ਦੀ ਬਾਪ ਨਾਲ ਬੜੀ ਅਟੈਚਮੈਂਟ ਹੁੰਦੀ ਹੈ। ਤੇ ਜਿੱਥੇ ਧੀ ਦੀ ਬਾਪ ਨਾਲ ਬੜੀ ਅਟੈਚਮੈਂਟ ਹੁੰਦੀ ਹੈ, ਧੀ ਦਾ ਬਾਪ ਨਾਲ ਬੜਾ ਪਿਆਰ ਹੁੰਦਾ ਹੈ, ਇਸੇ ਤਰ੍ਹਾਂ ਬਾਪ ਦਾ ਵੀ ਧੀ ਨਾਲ ਬੜਾ ਪਿਆਰ ਹੁੰਦਾ ਹੈ। ਵੇਖੋ ਜੀ, ਇੱਕ ਬਾਪ, ਇੱਕ ਪਿਤਾ ਭਾਵੇਂ ਜਿੰਨਾ ਮਰਜੀ ਪੱਥਰ ਦਿਲ ਇਨਸਾਨ ਹੋਵੇ, ਉਹ ਸਾਰੀ ਜ਼ਿੰਦਗੀ ਨਾ ਰੋਇਆ ਹੋਵੇ, ਪਰ ਸੱਚ ਜਾਣਿਓ ਭਾਗਾਂ ਵਾਲਿਓ, ਜਿਸ ਦਿਨ ਉਹ ਆਪਣੀ ਧੀ ਦੀ ਡੋਲੀ ਤੋਰਦਾ ਹੈ, ਉਸ ਦਿਨ ਉਹਦੀਆਂ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਨੇ। ਕਿਉਂ? ਕਿਉਂਕਿ ਧੀ ਦਾ ਬਾਪ ਨਾਲ ਬੜਾ ਪਿਆਰ ਹੁੰਦਾ ਹੈ ਤੇ ਬਾਪ ਦਾ ਧੀ ਨਾਲ ਬੜਾ ਪਿਆਰ ਹੁੰਦਾ। ਮਹਾਰਾਜ ਦੀ ਬਾਣੀ ਵੀ ਕਹਿੰਦੀ ਏ, ਬਾਲ ਕੰਨਿਆ ਕੋ ਬਾਪ ਪਿਆਰਾ। ਧੀ ਨੂੰ ਬਾਪ ਬੜਾ ਪਿਆਰਾ ਲੱਗਦਾ ਹੈ ਤੇ ਬਾਪ ਧੀ ਨੂੰ ਬੜਾ ਪਿਆਰ ਕਰਦਾ ਹੈ। ਤੇ ਸਾਧ ਸੰਗਤ ਧਿਆਨ ਦੇਣਾ, ਜਦੋਂ ਲਾਲ ਚੰਦ ਜੀ ਨੇ ਇਹ ਗੱਲ ਕਹੀ ਕਿ ਸਤਿਗੁਰੂ ਪਾਤਸ਼ਾਹ ਮੈਂ ਤੁਹਾਨੂੰ ਦੇ ਕੁਝ ਨਹੀਂ ਸਕਿਆ, ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਲਾਲ ਚੰਦ ਜੀ, ਧੀ ਬਾਬਲ ਦੇ ਦਿਲ ਦਾ ਟੁਕੜਾ ਹੈ, ਬਾਬਲ ਦੇ ਦਿਲ ਦਾ ਕਲੇਜਾ ਹੈ, ਤੇ ਜਿਨੇ ਕਲੇਜਾ ਹੀ ਕੱਢ ਕੇ ਆਪਣੀ ਝੋਲੀ ਦੇ ਵਿੱਚ, ਜਿਨੇ ਕਲੇਜਾ ਹੀ ਕੱਢ ਕੇ ਸਾਡੀ ਝੋਲੀ ਦੇ ਵਿੱਚ ਪਾ ਦਿੱਤਾ, ਉਹਨੇ ਪਿੱਛੇ ਕੀ ਰੱਖ ਲਿਆ? ਭਾਵ ਜਿਨੇ ਧੀ ਦੇ ਦਿੱਤੀ ਸਾਧ ਸੰਗਤ, ਉਹਨੇ ਸਾਰਾ ਕੁਝ ਦੇ ਦਿੱਤਾ। ਸਾਧ ਸੰਗਤ, 1634 ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਤੇ ਮਾਤਾ ਗੁਜਰ ਕੌਰ ਜੀ ਦਾ ਵਿਆਹ ਹੋਇਆ। ਅਜੇ ਵਿਆਹ ਨੂੰ 1 ਸਾਲ ਹੋਇਆ ਏ ਤੇ ਕਰਤਾਰਪੁਰ ਦੀ ਚੌਥੀ ਜੰਗ ਜਿਹੜੀ ਏ, ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਲੜਦੇ ਨੇ। ਸਾਧ ਸੰਗਤ ਧਿਆਨ ਦੇਣਾ, ਜੇ ਆਪਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੱਲ ਕਰੀਏ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 4 ਜੰਗਾਂ ਲੜੀਆਂ। 4 ਜੰਗਾਂ। ਸਭ ਤੋਂ ਪਹਿਲੀ ਜੰਗ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਲੜੀ ਸ਼੍ਰੀ ਹਰਗੋਬਿੰਦਪੁਰ ਦੀ। ਦੂਸਰੀ ਜੰਗ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਲੜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ। ਜਿਹੜੀ ਦੂਸਰੀ ਜੰਗ ਹੋਈ ਨਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ, ਮੈਂ ਬੇਨਤੀ ਕਰਾਂ, ਇਹ ਦੂਸਰੀ ਜੰਗ ਜਿਹੜੀ ਸੀ, ਇਹ ਬਾਜ ਕਰਕੇ ਹੋਈ ਸੀ। ਜਦੋਂ ਹਾਕਮਾਂ ਦਾ ਬਾਜ ਮਹਾਰਾਜ ਦੇ ਕੋਲ ਆਇਆ ਤੇ ਆਕੜ ਦੇ ਨਾਲ ਆ ਕੇ, ਉਹ ਹੰਕਾਰ ਦੇ ਨਾਲ ਆ ਕੇ ਮਹਾਰਾਜ ਕੋਲੋਂ ਬਾਜ ਮੰਗਦੇ ਨੇ ਤੇ ਮਹਾਰਾਜ ਕਹਿੰਦੇ ਨੇ, ਤਿੰਨ ਬਾਜ ਨਹੀਂ ਹਮ ਦੇਣਾ, ਤਾਜ ਬਾਜ ਤਿੰਨ ਤੇ ਸਭ ਲੈਣਾ। ਦੂਸਰੀ ਜੰਗ ਅੰਮ੍ਰਿਤਸਰ ਦੀ ਹੋਈ।
ਤੇ ਤੀਸਰੀ ਜੰਗ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹੋਈ ਉਹ ਹੈ ਮਹਿਰਾਜ ਦੀ ਜੰਗ। ਮਹਿਰਾਜ ਇਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ, ਬਠਿੰਡੇ ਦੇ ਕੋਲ ਪੈਂਦਾ ਹੈ। ਤੇ ਸਾਧ ਸੰਗਤ ਚੌਥੀ ਜੰਗ ਜਿਹੜੀ ਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਲੜੀ ਕਰਤਾਰਪੁਰ ਦੀ ਜੰਗ। ਹੁਣ ਧਿਆਨ ਦੇਣਾ, ਇਹ ਕਰਤਾਰਪੁਰ ਦੀ ਜੰਗ ਕਿਵੇਂ ਹੋਈ। ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਯਤੀਮ ਬੱਚੇ ਨੂੰ ਪਾਲਿਆ। ਯਤੀਮ ਬੱਚੇ ਨੂੰ, ਉਹ ਬੱਚਾ ਕੌਣ ਹੈ? ਉਹ ਬੱਚਾ ਇਹ ਪੈਂਦੇ ਖਾਨ। ਧਿਆਨ ਦੇਣਾ ਸਾਧ ਸੰਗਤ, ਇਹ ਪੈਂਦੇ ਖਾਨ, ਇਹਦੇ ਮਾਤਾ ਪਿਤਾ ਇਹਨੂੰ ਜੰਮਦੇ ਨੂੰ ਕੂੜੇ ਦੇ ਢੇਰ ਦੇ ਉੱਤੇ ਰੱਖ ਗਏ ਸਨ, ਕਿਸੇ ਗਲੀ ਬਾਜ਼ਾਰ ਦੇ ਵਿੱਚ ਰੱਖ ਗਏ ਸਨ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਬੱਚਾ ਮਿਲਿਆ ਤੇ ਸਤਿਗੁਰੂ ਪਾਤਸ਼ਾਹ ਨੇ ਇਸ ਬੱਚੇ ਨੂੰ ਆਪਣੇ ਪੁੱਤਰਾਂ ਵਾਂਗ ਪਾਲਿਆ, ਆਪਣੇ ਪੁੱਤਰਾਂ ਵਾਂਗ। ਮੈਂ ਕਹਿੰਦਾ ਉਹਨਾਂ ਦੁੱਧ ਘਿਓ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਪੁੱਤਰਾਂ ਨੂੰ ਨਹੀਂ ਖਵਾਇਆ ਜਿੰਨਾ ਦੁੱਧ ਘਿਓ ਮਹਾਰਾਜ ਨੇ ਪੈਂਦੇ ਖਾਨ ਨੂੰ ਖਵਾਇਆ। ਹੁਣ ਸਾਧ ਸੰਗਤ ਧਿਆਨ ਦੇਣਾ, ਸਤਿਗੁਰੂ ਪਾਤਸ਼ਾਹ ਜੀ ਨੇ 3 ਜੰਗਾਂ ਜਿੱਤੀਆਂ। ਪੈਂਦੇ ਖਾਨ ਨੂੰ ਇਹ ਹੰਕਾਰ ਹੋ ਗਿਆ ਮੇਰੇ ਵਿੱਚ ਤਾਕਤ ਬਹੁਤ ਹੈ, ਔਰ ਵਾਕਿਆ ਹੀ ਪੈਂਦੇ ਖਾਨ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਸੀ। ਇੰਨੀ ਤਾਕਤ ਦਾ ਮਾਲਕ ਸੀ ਪੈਂਦੇ ਖਾਨ ਕਿ ਜਿਹੜਾ ਰੁਪਈਆ ਹੁੰਦਾ ਹੈ ਨਾ, ਜਿਹੜੇ ਉਹਦੇ ਉੱਤੇ ਅੱਖਰ ਲਿਖੇ ਹੁੰਦੇ ਨੇ, ਪੈਂਦੇ ਖਾਨ ਐਦਾਂ ਅੰਗੂਠਾ ਮਾਰ ਕੇ ਉਹਨਾਂ ਅੱਖਰਾਂ ਨੂੰ ਮਿਟਾ ਦਿੰਦਾ ਸੀ। ਇੰਨੀ ਤਾਕਤ ਦਾ ਮਾਲਕ ਸੀ। ਘੋੜੇ ਦੇ ਉੱਤੇ ਬੰਦਾ ਚੜਿਆ ਹੋਵੇ ਤੇ ਸਣੇ ਘੋੜੇ ਉਹ ਜਿਹੜਾ ਸੀ ਉਲਟਾਉਣ ਦੀ ਤਾਕਤ ਰੱਖਦਾ ਸੀ। ਇੰਨੀ ਤਾਕਤ ਦਾ ਮਾਲਕ ਸੀ ਪੈਂਦੇ ਖਾਨ। ਹੁਣ ਪੈਂਦੇ ਖਾਨ ਨੂੰ ਇਹ ਹੰਕਾਰ ਹੋ ਗਿਆ ਕਿ ਜਿਹੜੀਆਂ 3 ਜੰਗਾਂ, ਇੱਕ ਤੇ ਸ਼੍ਰੀ ਹਰਗੋਬਿੰਦਪੁਰ ਵਾਲੀ, ਇੱਕ ਅੰਮ੍ਰਿਤਸਰ ਵਾਲੀ, ਇੱਕ ਮਹਿਰਾਜ ਵਾਲੀ, ਇਹ ਜਿਹੜੀਆਂ 3 ਜੰਗਾਂ ਏ ਇਹ ਗੁਰੂ ਸਾਹਿਬ ਨੇ ਮੇਰੀ ਤਾਕਤ ਕਰਕੇ ਜਿੱਤੀਆਂ। ਜੇ ਮੈਂ ਨਾ ਹੁੰਦਾ ਤੇ ਗੁਰੂ ਸਾਹਿਬ ਇਹ ਜੰਗਾਂ ਜਿੱਤੀ ਨਹੀਂ ਸਕਦੇ ਸੀ। ਪੈਂਦੇ ਖਾਨ ਨੂੰ ਹੰਕਾਰ ਹੋ ਗਿਆ। ਹੁਣ ਸਾਧ ਸੰਗਤ ਧਿਆਨ ਦੇਣਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਬੜੀ ਤਾਕਤ ਦੇ ਮਾਲਕ ਸੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਾਧ ਸੰਗਤ ਲਗਭਗ 2.5 ਕੁਇੰਟਲ ਭਾਰ ਸੀ ਤੇ 2 ਘੋੜੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ 24 ਘੰਟੇ ਰਹਿੰਦੇ ਸੀ। ਹੁਣ ਸਾਧ ਸੰਗਤ ਧਿਆਨ ਦੇਣਾ, ਮਹਾਰਾਜ ਕਹਿੰਦੇ ਹੰਕਾਰ ਨਹੀਂ ਕਰੀਦਾ, ਪਰ ਪੈਂਦੇ ਖਾਨ ਨੂੰ ਹੰਕਾਰ ਹੋ ਗਿਆ ਤੇ ਪੈਂਦੇ ਖਾਨ ਨੇ ਕੀ ਕੀਤਾ, ਅਸਮਾਨ ਖਾਨ ਦੇ ਨਾਲ ਰਲ ਕੇ, ਜਿਹੜਾ ਬੱਸੀ ਪਠਾਣਾ ਦਾ ਰਹਿਣ ਵਾਲਾ ਸੀ, ਅਸਮਾਨ ਖਾਨ, ਪਿੰਡ ਬੱਸੀ ਪਠਾਣਾ ਦਾ ਰਹਿਣ ਵਾਲਾ ਜਿਹੜਾ ਹਾਕਮ ਹੈ ਅਸਮਾਨ ਖਾਨ ਤੇ ਕਾਲੇ ਖਾਨ, ਇਹਨਾਂ ਨਾਲ ਰਲ ਕੇ ਪੈਂਦੇ ਖਾਨ ਨੇ ਕਰਤਾਰਪੁਰ ਹਮਲਾ ਕਰ ਦਿੱਤਾ। ਸੱਚ ਜਾਣਿਓ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਹਾਦਰੀ ਦੇ ਨਾਲ ਲੜੇ, ਉਥੇ ਇਸ ਕਰਤਾਰਪੁਰ ਦੀ ਚੌਥੀ ਜੰਗ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਬੜੀ ਬਹਾਦਰੀ ਦੇ ਨਾਲ ਲੜੇ। ਸਤਿਗੁਰੂ ਪਾਤਸ਼ਾਹ ਇੰਨੀ ਬਹਾਦਰੀ ਦੇ ਨਾਲ ਲੜੇ, ਮਹਾਰਾਜ ਨੂੰ ਕਿਰਪਾਨ ਦੇ ਜੋਹਰ ਚਲਾਉਂਦਿਆਂ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੜੇ ਖੁਸ਼ ਹੋਏ। ਮੈਦਾਨੇ ਜੰਗ ਦੇ ਵਿੱਚ ਤੇਗ ਚਲਾਉਂਦਿਆਂ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਖੁਸ਼ ਹੋਏ। ਕਈਆਂ ਦੇ ਆਹੂ ਲਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਨਾਂ ਨੂੰ ਮਾਰ ਕੇ ਧਰਤੀ ਦੇ ਉੱਤੇ ਸੁੱਟ ਦਿੱਤਾ। ਤੇ ਸਾਧ ਸੰਗਤ ਧਿਆਨ ਦੇਣਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਬੜੀ ਬਹਾਦਰੀ ਦੇ ਨਾਲ ਲੜੇ, ਬਾਕੀ ਵੀ ਸਾਰੇ ਸਿੰਘ ਬੜੀ ਬਹਾਦਰੀ ਦੇ ਨਾਲ ਲੜੇ ਤੇ ਸਾਰੀ ਦੁਸ਼ਮਣ ਦੀ ਫੌਜ ਖਤਮ ਕਰ ਦਿੱਤੀ, ਮਾਰ ਦਿੱਤੀ। ਤੇ ਜਦੋਂ ਲੜਾਈ ਖਤਮ ਹੋਈ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸੁਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਪਣੇ ਕੋਲ ਬੁਲਾਉਂਦੇ ਨੇ। ਸਤਿਗੁਰੂ ਪਾਤਸ਼ਾਹ ਸੀਨੇ ਨਾਲ ਲਾਉਂਦੇ ਨੇ, ਮੱਥਾ ਚੁੰਮਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਪੁੱਤਰ ਜੀ ਅੱਜ ਮੈਂ ਬੜਾ ਖੁਸ਼ ਹਾਂ, ਮੇਰਾ ਲਾਲ ਬੜੀ ਬਹਾਦਰੀ ਦੇ ਨਾਲ ਲੜਿਆ ਏ, ਮੇਰੇ ਲਾਲ ਨੇ ਅੱਜ ਤੇਗ ਦੇ ਯੌਰ ਵਿਖਾਏ ਨੇ। ਪੁੱਤਰ ਜੀ ਅੱਜ ਤੋਂ ਬਾਅਦ ਤੁਹਾਡਾ ਨਾਮ ਤਿਆਗ ਮਲ ਨਹੀਂ, ਬਲਕਿ ਤੁਹਾਡਾ ਨਾਮ ਤੇਗ ਬਹਾਦਰ ਹੋਵੇਗਾ। ਤੇਗ ਬਹਾਦਰ ਕਿਉਂ? ਕਿਉਂਕਿ ਤੁਸੀਂ ਤੇਗ ਦੇ ਧਣੀ ਹੋ, ਤੁਸੀਂ ਤੇਗ ਦੇ ਧਣੀ ਹੋ। ਏਦਾਂ ਸਾਧ ਸੰਗਤ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਤਿਆਗ ਮਲ ਤੋਂ ਤੇਗ ਬਹਾਦਰ ਪਿਆ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਕਰਤਾਰਪੁਰ ਦੀ ਚੌਥੀ ਜੰਗ ਦੇ ਵਿੱਚ ਜੋ 1635 ਦੇ ਵਿੱਚ ਹੋਈ, 26 ਤੋਂ 28 ਅਪ੍ਰੈਲ 2 ਦਿਨ ਇਹ ਜੰਗ ਚੱਲੀ
ਤੇ 1635 ਦੇ ਵਿੱਚ ਜੰਗ ਹੋਈ। ਇਸ ਜੰਗ ਵਿੱਚ ਮਹਾਰਾਜ ਨੇ ਬਹਾਦਰੀ ਦੇ ਯੌਰ ਵਿਖਾਏ। ਸਾਧ ਸੰਗਤ, ਅੱਜ ਦਾ ਜੋ ਪਹਿਲਾ ਵਿਸ਼ਾ ਹੈ ਉਸ ਦੀ ਸਮਾਪਤੀ ਏ। ਜੋ ਪਹਿਲਾ ਵਿਸ਼ਾ ਦਾਸ ਨੂੰ ਮਿਲਿਆ ਸੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼, ਸਤਿਗੁਰੂ ਪਾਤਸ਼ਾਹ ਜੀ ਦਾ ਬਚਪਨ ਅਤੇ ਮਹਾਰਾਜ ਜੀ ਦਾ ਨਾਮ ਤਿਆਗ ਮੱਲ ਤੋਂ ਤੇਗ ਬਹਾਦਰ ਕਿਵੇਂ ਪਿਆ। ਮੈਂ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ, ਇਹ ਜੋ ਕੁਇਜ਼ ਮੁਕਾਬਲਾ ਹੈ ਇਹ 11 ਹਫ਼ਤੇ ਚੱਲਣਾ ਹੈ। ਇੱਕ ਹਫ਼ਤੇ ਦੇ ਵਿੱਚ ਇੱਕ ਲੈਕਚਰ ਹੋਣਾ ਹੈ। ਵੀਰਵਾਰ ਦਾ ਦਿਨ ਆਪਾਂ ਸਾਰਿਆਂ ਨੇ ਚੁਣਿਆ ਹੈ ਔਰ 8 ਵਜੇ ਜੋ ਆਨਲਾਈਨ ਲੈਕਚਰ ਦੀ ਕਥਾ ਦੀ ਆਰੰਭਤਾ ਹੋ ਜਾਵੇਗੀ। ਤੇ ਸਾਧ ਸੰਗਤ, ਮੈਂ ਬੇਨਤੀ ਕਰਨੀ ਚਾਹੁੰਦਾ, ਥੋੜਾ ਜਿਹਾ ਤੁਸੀਂ ਧਿਆਨ ਦੇ ਕੇ ਸਰਵਣ ਕਰਿਓ। ਇਹ 11 ਦੇ 11 ਲੈਕਚਰ ਜਿਹੜੇ ਨੇ ਇਹ ਆਪਾਂ ਬੜੇ ਧਿਆਨ ਨਾਲ, ਬੜੀ ਤਵੱਜੋ ਦੇ ਕੇ ਸਰਵਣ ਕਰਨੇ ਨੇ। ਔਰ ਸਾਧ ਸੰਗਤ, ਜਿਹੜਾ ਅੱਜ ਲੈਕਚਰ ਹੋਇਆ ਹੈ ਨਾ, ਜਿਹੜਾ ਅੱਜ ਲੈਕਚਰ ਹੋਇਆ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਗੁਰੂ ਸਾਹਿਬ ਦੇ ਨਾਮ ਤੱਕ, ਮੈਂ ਬੇਨਤੀ ਕਰਾਂ ਇਹਦਾ ਜਿਹੜਾ ਕੁਇਜ਼ ਮੁਕਾਬਲਾ ਹੈ ਇਹ ਇਸੇ ਸੰਡੇ ਨੂੰ ਹੋਵੇਗਾ। ਅੱਜ ਥਰਸਡੇ ਹੈ, ਅੱਜ ਵੀਰਵਾਰ ਹੈ, ਤੇ ਇਸੇ ਸੰਡੇ ਨੂੰ ਇਹ ਜਿਹੜਾ ਅੱਜ ਲੈਕਚਰ ਹੋਇਆ ਹੈ ਇਹਦਾ ਕੁਇਜ਼ ਮੁਕਾਬਲਾ ਹੋਵੇਗਾ। ਬਾਕੀ ਜੇ ਕਿਸੇ ਵੀ ਵੀਰ ਦੇ ਜਾਂ ਭੈਣ ਦੇ ਬੱਚੇ ਦੇ ਮਨ ਵਿੱਚ, ਸੰਗਤ ਦੇ ਮਨ ਵਿੱਚ ਕੋਈ ਭੁਲੇਖਾ ਹੋਵੇ ਤੇ ਤੁਸੀਂ ਜੋ ਗੁਰੂ ਗੋਬਿੰਦ ਸਿੰਘ ਸੇਵਕ ਜੱਥਾ ਮੁੰਬਈ, ਉਹਦੇ ਜੋ ਵੀਰ ਨੇ ਭਾਈ ਜਸਵਿੰਦਰ ਸਿੰਘ ਜੀ, ਤੁਸੀਂ ਉਹਨਾਂ ਕੋਲੋਂ ਪੁੱਛ ਸਕਦੇ ਹੋ। ਸੋ ਅੱਜ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਤੇ ਵਿਚਾਰਾਂ ਦੀ ਸਾਂਝ ਪਾਉਂਦਿਆਂ, ਇੱਕ ਨਹੀਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਹਨ। ਅਰਦਾਸ ਹੈ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਰਬੱਤ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣ। ਜਿੰਨੇ ਵੀ ਵੀਰ ਭਰਾ ਲਾਈਵ ਜੁੜੇ ਨੇ, ਸਤਿਗੁਰੂ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਸਾਰਿਆਂ ਦੀਆਂ ਸਤਿਗੁਰੂ ਪਾਤਸ਼ਾਹ ਆਸਾਂ ਮੁਰਾਦਾਂ ਪੂਰੀਆਂ ਕਰਨ। ਤੇ ਅਰਦਾਸ ਕਰੀਏ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ, ਸਤਿਗੁਰੂ ਪਾਤਸ਼ਾਹ ਸਾਨੂੰ ਕੁਝ ਵੀ ਨਹੀਂ ਚਾਹੀਦਾ, ਮਹਾਰਾਜ ਕਿਰਪਾ ਕਰੋ। ਸਤਿਗੁਰੂ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ, ਸਾਡੀ ਬਾਹ ਫੜ ਕੇ ਰੱਖਿਓ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਤਿਗੁਰੂ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣ। ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰੀਏ, ਗੁਰੂ ਵਾਲੇ ਬਣੀਏ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।